ਕੱਪੜੇ ਮੰਗਦੇ ਸਨ ਕਿ ਸਾਡੇ ਰਿਸ਼ਤੇਦਾਰਾਂ ਦੇ ਜਾਂ ਸਾਡੇ ਰਿਸ਼ਤੇਦਾਰਾਂ ਖਾਨਦਾਨ ਦੇ ਕੱਪੜੇ ਕਿਉਂ ਨਹੀਂ ਲੈ ਕੇ ਆਏ। ਇਹਨਾਂ ਦੇ ਰਿਸ਼ਤੇਦਾਰ ਤੇ ਇਹਨਾਂ ਦਾ ਖਾਨਦਾਨ ਇਹ ਨੰਗੇ ਬੈਠੇ ਸੀ ਜਿਹੜੇ ਤੁਹਾਡੇ ਕੱਪੜਿਆਂ ਤੇ ਬੈਠੇ ਕਰਕੇ ਕਿਹਾ ਸੀ ਕਿ ਤੁਸੀਂ ਆ ਜਾਓ, ਰੁਖਸਾਰ ਦੀ ਤਬੀਅਤ ਨਹੀਂ ਸਹੀ, ਸਾਰੇ ਹੀ ਆ ਜਾਓ। ਬੜੀ ਤੜਫਣਦੇਹੀ ਸੀ, ਅੰਜ ਮੂੰਹ ਤੋਂ ਝੇਗਾ ਆ ਰਹੀ ਸੀ ਤੇ ਤੜਫਣ ਟਾਈਮ ਅਸੀਂ ਅਲਤਾਫ ਨੂੰ ਪੁੱਛਦੇ ਰਹੇ ਆ ਇਹਨੇ ਕੀ ਖਾਦਾ, ਕਿਉਂ ਇਹਦੀ ਤਬੀਅਤ। ਸਿਵਲ ਹਸਪੀਟਲ ਉਹਨਾਂ ਨੇ ਡਾਕਟਰਾਂ ਨੇ ਜਦੋਂ ਚੈੱਕ ਕੀਤਾ ਉਹਨਾਂ ਨੇ ਕਿਹਾ ਇਹਨੂੰ ਤੇਜ਼ਾਬ ਪਿਲਾਇਆ ਗਿਆ। ਬੱਚੀ ਨੇ ਜਦੋਂ ਸਾਨੂੰ ਨਾ ਮੋਬਾਈਲ ਤੇ ਟੈਪ ਕਰਕੇ ਦੱਸਿਆ ਨਾ ਇਹਨਾਂ ਨੇ ਮੈਨੂੰ ਪਿਆਇਆ ਜੇ, ਬੱਚੀ ਨੇ ਬੋਲਿਆ ਤੇ ਨਹੀਂ ਸੀ ਨਾ ਜਾਂਦਾ, ਉਹ ਮੂੰਹ ਸਾਰਾ ਜ਼ੁਬਾਨ ਜਲ ਗਈ ਸੀ। अस्सलाम वालेकुम नाज़रीन, मैं हूं एडी मलिक और इस वक्त गुजरांवाला में मौजूद हूं। शादी के 15 दिन के बाद नई नवेली दुल्हन को जो हाफिज़े कुरान थी उसके ससुराल वालों ने तेज़ाब पिलाकर उसे मौत की नींद सुला दिया। ये कोई पहला और आखिरी वाक़या नहीं है कि हमारी बेटियां ससुराल में इस तरह से बेमौत मारी जाती हैं और ज़ालिम ससुरालियों के लिए ऐसा कोई कानून अब तक नहीं बनाया गया कि कोई भी शख्स किसी की बेटी को कत्ल करने से पहले अपने अंजाम को ज़रूर सोचे। ये वीडियो जो आखिरी लम्हात में ये मासूम सी बेटी अपने साथ होने वाले जुल्म के बारे में आपको लिख कर बता रही है कि उसके साथ किस तरह से जुल्म किया गया और फिर उसके बाद उसकी मौत कैसे हुई। ये सारी कहानी हम जो रुखसार मकतूला के भाई जो उनके कत्ल के मुद्दई भी हैं उनसे जानते हैं कि इन्होंने जहां पर अपनी बहन की शादी की थी वो लोग कौन थे, इनके अपने करीबी रिश्तेदार थे या फिर इस बच्ची के कत्ल की वजह क्या बनी। ये जब कहानी आप सुनेंगे तो यकीन करें कि आप अपना सर पकड़कर बैठ जाएंगे कि खुदारा अगर आपने हमें बेटी दी है तो इसके नसीब भी अच्छे करना, किसी बेटी के नसीब इस बेटी की तरह ना लिखना जिसके साथ इतना बड़ा जुल्म हो जाए। और ये जुल्म करने वाले इसी मकतूला के सास और उसका शोहर था जिसने ज़बरदस्ती उसको तेज़ाब पिलाया, फिर उसके बाद उसको मौत की नींद सुला दिया। मेरे भाई, बड़ा अफसोसनाक ये वाक़या था। आपकी बहन की शादी को अभी 15 रोज़ गुजरे थे और 16वें रोज़ उसको एक उसके ससुराल से आपको कॉल आती है कि आपकी बहन की तबीयत ख़राब है जी। क्या इससे पहले, शादी से पहले भी आपकी बहन की तबीयत ख़राब होती थी? नहीं, शादी से पहले नहीं हुई कभी। कॉल ਤੁਹਾਨੂੰ ਕਿਹਨੇ ਕੀਤੀ ਸੀ? ਕਾਲ ਸਾਨੂੰ ਸਾਡੇ ਜਿਹਦੇ ਨਾਲ ਸ਼ਾਦੀ ਕੀਤੀ ਰੁਖਸਾਰ ਦੇ ਅਲਤਾਫ ਹੁਸੈਨ ਨੇ ਕੀਤੀ ਸੀ। ਤੁਹਾਡਾ ਜਿਹੜਾ ਬਹਿਨੋਈ ਬਹਿਨੋਈ ਅਲਤਾਫ, ਉਹਨੇ ਕਾਲ ਕੀਤੀ? ਉਹਨੇ ਕਾਲ ਕੀਤੀ। ਕੀ ਕਹਿੰਦਾ ਸੀ ਕਾਲ ਕਰਕੇ? ਉਹਨੇ ਕਾਲ ਕਰਕੇ ਕਿਹਾ ਸੀ ਕਿ ਤੁਸੀਂ ਆ ਜਾਓ, ਰੁਖਸਾਰ ਦੀ ਤਬੀਅਤ ਨਹੀਂ ਸਹੀ, ਸਾਰੇ ਹੀ ਆ ਜਾਓ। ਤੁਹਾਡੀ ਉਸ ਟਾਈਮ ਤੇ ਤੁਸੀਂ ਕਿਹਾ ਕਿ ਸਾਡੀ ਰੁਖਸਾਰ ਨਾਲ ਗੱਲ ਕਰਾਓ, ਕੀ ਹੋਇਆ? ਕਿਹਾ ਸੀ ਕਿ ਰੁਖਸਾਰ ਨਾਲ ਗੱਲ ਕਰਾਓ, ਕੀ ਹੋਇਆ, ਉਹਨੂੰ ਕੀ ਮਸਲਾ ਹੈ। ਅੰਦਰ ਪਤਾ ਨਹੀਂ ਹੋਇਆ ਕੀ ਹੋਇਆ, ਤੁਸੀਂ ਜਲਦੀ ਆ ਜਾਓ, ਹਸਪੀਟਲ ਆ ਜਾਓ, ਜਲਦੀ ਆ ਜਾਓ। ਅੱਛਾ, ਹਸਪੀਟਲ ਦਾ ਨਾਂ ਨਹੀਂ ਉਹਨੇ ਲਿਆ, ਘਰ ਬੁਲਾਇਆ ਉਹਨੇ? ਘਰ ਬੁਲਾਇਆ। ਫਿਰ ਮੈਂ ਕਿਹਾ ਜੋ ਵੀ ਹੋਇਆ ਨਾ ਕਿਸੇ ਡਾਕਟਰ ਕੋਲ ਜਾਂ ਕਿਸੇ ਹਸਪੀਟਲ ਲੈ ਕੇ ਚੱਲੋ ਤੇ ਅਸੀਂ ਆ ਜੰਨੇ ਆ, ਅਸੀਂ ਵੀ ਆ ਜੰਨੇ, ਤੁਸੀਂ ਤੇ ਲੈ ਕੇ ਜਾਓ ਕਿਤੇ। ਠੀਕ ਹੈ। ਉਸ ਤੋਂ ਬਾਅਦ ਫਿਰ ਅਸੀਂ ਇੱਥੋਂ ਗਏ ਆ, ਮੈਂ ਤੇ ਮੇਰੀ ਅੰਮੀ ਗਏ ਆ। ਅੱਛਾ ਅਦਨਾਨ ਭਾਈ, ਇਹ ਮੈਨੂੰ ਦੱਸੋ ਕਿ ਤੁਸੀਂ ਜਦੋਂ ਆਪਣੀ ਸਿਸਟਰ ਦੀ ਸ਼ਾਦੀ ਕਰਨ ਲੱਗੇ ਸੀ, ਯਕੀਨਨ ਤੁਸੀਂ ਸਾਰਿਆਂ ਨੇ ਮਿਲ ਕੇ ਰਿਸ਼ਤਾ ਤੈਅ ਕੀਤਾ ਹੋਏਗਾ। ਹਾਂਜੀ ਬਿਲਕੁਲ। ਇਹ ਜਿੱਥੇ ਤੁਸੀਂ ਸ਼ਾਦੀ ਕੀਤੀ ਅਲਤਾਫ ਨਾਮੀ ਸ਼ਖਸ ਦੇ ਨਾਲ, ਇਹ ਤੁਹਾਡੇ ਆਪਣੇ ਕਰੀਬੀ ਰਿਸ਼ਤੇਦਾਰ ਸੀ, ਗੈਰ ਸੀ? ਔਰ ਸ਼ਾਦੀ ਤੋਂ ਪਹਿਲੇ ਰਿਸ਼ਤਾ ਕਿੰਨੀ ਦੇਰ ਤੱਕ ਤੁਹਾਡਾ ਇਹ ਮੌਜੂਦ ਰਿਹਾ, ਕਾਇਮ ਰਿਹਾ ਸੀ? ਨਹੀਂ, ਇਹ ਰਿਸ਼ਤੇਦਾਰ ਨਹੀਂ ਸਨ, ਇਹ ਗੈਰ ਸਨ। ਕਿੱਥੋਂ ਦੇ ਰਹਿਣ ਵਾਲੇ? ਇਹ ਕਲਾਸਕੇ ਦੇ ਰਹਿਣ ਵਾਲੇ ਸਨ। ਗੁਜਰਾਂਵਾਲਾ ਦੇ ਕਰੀਬ ਹੈਗਾ? ਗੁਜਰਾਂਵਾਲੇ ਦੇ ਅਲੀਪੁਰ ਰੋਡ ਤੇ ਕਲਾਸਕੇ ਰੋਡ। ਅੱਛਾ, ਹਾਂਜੀ। ਇਹ ਕਲਾਸਕੇ ਗਾਉਂ ਹੈ ਕੋਈ, ਉੱਥੋਂ ਦੇ ਰਹਿਣ ਵਾਲੇ? ਹਾਂਜੀ, ਨਹੀਂ ਸ਼ਹਿਰ, ਮਤਲਬ ਕਿ ਛੋਟਾ ਜਿਹਾ ਸ਼ਹਿਰ ਹੈ। ਅੱਛਾ। ਉਸ ਤੋਂ ਬਾਅਦ ਇਹਨਾਂ ਨੇ 8 ਮਹੀਨੇ ਸਾਡੀ ਨਾ ਸ਼ਾਦੀ ਤੋਂ ਪਹਿਲੇ ਮੰਗਣੀ ਰਹੀ ਹੈ। ਅੱਛਾ, ਰਿਸ਼ਤਾ ਜਦੋਂ ਹੋ ਗਿਆ 8ਵੇਂ ਮਹੀਨੇ ਜਿਹੜੀ ਨਾ ਜਾ ਕੇ ਸ਼ਾਦੀ ਹੋਈ ਹੈ, ਉਸ ਦੌਰਾਨ ਇਹਨਾਂ ਦਾ ਵਿੱਚ ਸਾਨੂੰ ਕੁਝ ਨਹੀਂ ਨਜ਼ਰ ਆਇਆ ਕਿ ਇਹ ਜਿਹੜੇ ਨਾ ਐਡੇ ਮਤਲਬ ਕਿ ਜ਼ਾਲਮ ਵੀ ਹੋ ਸਕਦੇ ਨੇ। ਕੋਈ ਲਾਲਚੀ ਲੋਕ ਸੀ? ਲਾਲਚੀ ਲੋਕ ਉਦੋਂ ਮਹਿਸੂਸ ਨਹੀਂ ਹੋਇਆ, ਸ਼ਾਦੀ ਤੋਂ ਬਾਅਦ ਜਿਹੜਾ ਹਫਤਾ ਗੁਜ਼ਰਿਆ ਜਾਂ ਨਹੀਂ, ਜਦੋਂ ਸ਼ਾਦੀ ਤੋਂ ਪਹਿਲੇ ਰਿਸ਼ਤਾ ਹੋਇਆ ਸੀ, ਆਂਦੇ ਜਾਂਦੇ ਸੀ, ਤੁਸੀਂ ਵੀ ਜਾਂਦੇ ਸੀ, ਉਹ ਵੀ ਆਂਦੇ ਹੋਣਗੇ, ਉਦੋਂ ਉਹਨਾਂ ਦਾ ਰਵੱਈਆ ਕਿਸ ਤਰ੍ਹਾਂ ਦਾ ਸੀ? ਕੋਈ ਲੱਗਦਾ ਸੀ ਕਿ ਕੋਈ ਲਾਲਚ ਜਾਂ ਕੋਈ ਡਿਮਾਂਡ ਕਰ ਸਕਦਾ? ਉਸ ਟਾਈਮ ਕੋਈ ਨਹੀਂ ਸੀ ਲੱਗਦਾ ਇਹਨਾਂ ਦਾ ਰਵੱਈਆ, ਕੋਈ ਲਾਲਚੀ ਨਹੀਂ ਸਨ ਲੱਗਦੇ, ਮਹਿਸੂਸ ਹੀ ਨਹੀਂ ਹੋਇਆ ਕਿ ਮਤਲਬ ਕਿ ਲਾਲਚੀ ਨੇ। ਸ਼ਾਦੀ ਦੇ ਦੌਰਾਨ ਵੀ ਕੋਈ ਮਹਿਸੂਸ ਨਹੀਂ ਹੋਇਆ ਕਿ ਜਦੋਂ ਕੋਈ ਨਿਕਾਹ ਹੋ ਰਿਹਾ ਹੈ, ਰੁਖਸਤੀ ਹੋ ਰਹੀ ਹੈ, ਸ਼ਾਦੀ ਦੇ ਦੌਰਾਨ ਮੈਰਿਜ ਹਾਲ ਦੇ ਅੰਦਰ ਨਾ ਉਸ ਟਾਈਮ ਥੋੜੀ ਜਿਹੀ ਇਹਨਾਂ ਦੀ ਹੋਈ ਹੈ ਕਿ ਇਹਨਾਂ ਸ਼ੋਧਾਪਨ ਕਰਨ ਦੇ ਸਨ, ਬਾਰ-ਬਾਰ ਕਦੀ ਕਿਸੇ ਨਾਲ ਲੜਨ ਦੀ ਕੋਸ਼ਿਸ਼। ਅੱਛਾ। 2 ਬਰਾਤਾਂ ਆਈਆਂ ਸਨ,
ਦੋ ਭੈਣਾਂ ਦੀ ਸ਼ਾਦੀ ਦੋ ਭੈਣਾਂ ਦੀ ਇਕੱਠੀ ਸ਼ਾਦੀ ਕੀਤੀ ਸੀ। ਅੱਛਾ। ਤੇ ਕਦੀ ਉਹਨਾਂ ਨਾਲ ਕੋਈ ਹਲਕੀ ਗੱਲਬਾਤ, ਫਿਰ ਉਹ ਅੱਲਾ ਦਾ ਇੰਨਾ ਇਹਸਾਨ ਕਿ ਨਹੀਂ ਕੋਈ ਰੌਲਾ, ਇੱਜ਼ਤ ਦੇ ਨਾਲ ਮਾਮਲੇ ਨੂੰ ਜਿਹੜਾ ਹੈ ਰਫਾ ਦਫਾ ਪੂਰਾ ਕੀਤਾ। ਦੂਸਰੇ ਜਿਹੜੇ ਸਨ ਉਹ ਚਲੋ ਭਲੇਮਾਨ ਸਨ, ਇੱਜ਼ਤਦਾਰ ਸਨ, ਉਹਨਾਂ ਨੇ ਉਹਨਾਂ ਨਾਲੋਂ ਗੱਲ ਜਿਹੜੀ ਨਾ ਮਤਲਬ ਕਿ ਠੰਡੀ ਪੈ ਗਈ ਸੀ। ਅੱਛਾ, ਜਦੋਂ ਇਹ 28 ਤਰੀਕ ਨੂੰ ਤੁਹਾਨੂੰ ਕਾਲ ਆਂਦੀ ਹੈ ਅਲਤਾਫ ਦੀ, ਤੁਸੀਂ ਜਦੋਂ ਗਏ ਹੋ ਅਲਤਾਫ ਦੇ ਆਪਣੀ ਭੈਣ ਦੇ ਘਰ ਗਏ ਸੀ ਜਾਂ ਫਿਰ ਹਸਪੀਟਲ ਗਏ ਸੀ? ਇਹ ਗੋਂਦਲਾਂ ਵਾਲੇ ਹਸਪੀਟਲ ਹੈ, ਉੱਥੇ ਉਨੀ ਦੇਰ ਤੱਕ ਇਹ ਆ ਗਿਆ। ਅੱਛਾ, ਉੱਥੋਂ ਲੈ ਕੇ ਤੇ ਹਸਪੀਟਲ ਆ ਗਏ? ਹਾਂਜੀ ਆ ਗਿਆ। ਅਸੀਂ ਗਏ ਆ ਇੱਥੋਂ, ਸਾਨੂੰ 20 ਮਿੰਟ ਲੱਗੇ ਨੇ, 20 ਮਿੰਟਾਂ ਦੇ ਵਿੱਚ ਇਹ ਕਲਾਸ ਕਿਉਂ ਵੀ ਆ ਗਿਆ। ਅੱਛਾ। ਆ ਕੇ ਇਹਨੇ ਹਸਪੀਟਲ ਆਂਦਾ, ਮੈਂ ਅੰਦਰ ਗਿਆ, ਉਹਨਾਂ ਨੇ ਜਵਾਬ ਦੇ ਦਿੱਤਾ। ਹਾਂ। ਆਣ ਕੇ ਬਾਹਰ ਵੇਟ ਕਰਨ ਦੇ ਆ ਕਿ ਕੋਈ ਪਿੰਡੋਂ ਰਕਸ਼ਾ ਆਣਾ ਜਾਂ ਕੋਈ ਚੀਜ਼ ਆਣੀ ਹੈ। ਠੀਕ ਹੈ। ਉਹਦੇ ਤੇ ਲੈ ਕੇ ਇਹਨੇ ਮਨੀਰ ਚੌਂਕ, ਉਹਨਾਂ ਨੇ ਕਿਹਾ ਸੀ ਕਿ ਮਨੀਰ ਚੌਂਕ ਲੈ ਜਾਓ। ਮਨੀਰ ਚੌਂਕ ਜਾਣ ਵਾਸਤੇ ਕਿਸੇ ਨਾਲ ਇੰਤਜ਼ਾਰ ਕਰਨ ਦਿਆ ਸੀ। ਤੁਸੀਂ ਉਸ ਟਾਈਮ ਤੇ ਪਹੁੰਚ ਗਏ ਸੀ? ਅਸੀਂ ਪਹੁੰਚ ਗਏ ਉਸ ਟਾਈਮ। ਫਿਰ ਇਹਨੂੰ ਕਿਹਾ ਕਿ ਜਦੋਂ ਤੁਸੀਂ ਹਸਪੀਟਲ ਪਹੁੰਚੇ ਸੀ ਜੀ, ਉਸ ਟਾਈਮ ਤੇ ਬੱਚੀ ਦੀ ਹਾਲਤ ਕੈਸੀ ਸੀ? ਉਹ ਬੜੀ ਤੜਫਣਦਈ ਸੀ, ਅੰਜ ਮੂੰਹ ਤੋਂ ਝੇਗਾ ਆ ਰਹੀ ਸੀ ਤੇ ਤੜਫਣਦਈ। ਤੁਹਾਨੂੰ ਵੇਖ ਕੇ ਕੀ ਮਹਿਸੂਸ ਹੋਇਆ ਸੀ ਕਿ ਇਹ ਕੀ ਹੋ ਸਕਦਾ ਹੈਗਾ? ਇਹ ਉਸ ਟਾਈਮ ਮੈਂ ਕਿਹਾ ਸ਼ਾਇਦ ਇਹਨੇ ਕੋਈ ਚੀਜ਼ ਜ਼ਹਿਰੀਲੀ ਖਾਧੀ ਹੈ ਜਾਂ ਕੋਈ ਮੂੰਹ ਤੋਂ ਝੇਗਾ ਆ ਰਹੀ ਸੀ ਤੇ ਖੂਨ ਦੀਆਂ ਉਲਟੀਆਂ ਨਹੀਂ ਸਨ ਆਇਆ। ਅੱਛਾ। ਮੈਂ ਕਿਹਾ ਸ਼ਾਇਦ ਕੋਈ ਨਾ ਪੇਟ ਖਰਾਬ ਜਾਂ ਕੋਈ ਚੀਜ਼ ਇੱਕ ਐਸੀ ਖਾ ਲਈ ਹੈ ਜਿਹੜੀ ਐਕਸਪਾਇਰੀ ਚੀਜ਼ ਹੋਏ, ਖਾ ਲਈ। ਕੁਝ ਬੋਲ ਕੇ ਉਹਨੇ ਦੱਸਿਆ ਤੁਹਾਨੂੰ ਕਿ ਕੀ ਹੋਇਆ? ਉਸ ਟਾਈਮ ਨਹੀਂ ਦੱਸਿਆ। ਉਸ ਟਾਈਮ ਅਸੀਂ ਅਲਤਾਫ ਨੂੰ ਪੁੱਛਦੇ ਰਹੇ ਹਾਂ ਇਹਨੇ ਕੀ ਖਾਧਾ, ਕਿਉਂ ਇਹਦੀ ਤਬੀਅਤ ਐਸੀ। ਅਲਤਾਫ ਕੱਲਾ ਹੀ ਆਇਆ ਸੀ ਨਾਲ? ਉਸ ਟਾਈਮ ਕੱਲਾ ਹੀ ਸੀ ਨਾਲ। ਅੱਛਾ, ਤੇ ਇਹਨੇ ਕੀ ਦੱਸਿਆ ਕਿ ਕੀ ਹੋਇਆ? ਉਹਨੇ ਆਖਿਆ ਪਤਾ ਨਹੀਂ ਕੀ ਹੋਇਆ, ਇਹਦਾ ਪੇਟ ਖਰਾਬ ਹੈ, ਉਲਟੀਆਂ ਕਰਨ ਦਈ। ਅੱਛਾ। ਹਾਂਜੀ। ਤੇ ਡਾਕਟਰਾਂ ਨੇ ਤੁਹਾਨੂੰ ਕੀ ਕਿਹਾ ਕਿ ਕੀ ਹੋਇਆ ਬੱਚੀ ਨੂੰ? ਜਦੋਂ ਇੱਥੋਂ ਲੈ ਕੇ ਮਨੀਰ ਚੌਂਕ ਗਏ ਆ ਨਾ ਹਸਪੀਟਲ, ਸਿਵਲ ਹਸਪੀਟਲ, ਉਹਨਾਂ ਨੇ ਡਾਕਟਰਾਂ ਨੇ ਜਦੋਂ ਚੈੱਕ ਕੀਤਾ ਉਹਨਾਂ ਨੇ ਕਿਹਾ ਇਹਨੂੰ ਤੇਜ਼ਾਬ ਪਿਲਾਇਆ ਗਿਆ। ਡਾਕਟਰਾਂ ਨੇ ਤੁਹਾਨੂੰ ਦੱਸਿਆ? ਹਾਂਜੀ, ਉਸ ਟਾਈਮ ਤੇ ਅਲਤਾਫ ਮੌਜੂਦ ਸੀ? ਅਲਤਾਫ ਮੌਜੂਦ ਸੀ। ਫਿਰ ਅਲਤਾਫ ਨੇ ਕਿਹਾ ਕਿ ਮੈਂ ਜਦੋਂ ਕਮਰੇ 'ਚ ਗਿਆ ਸਾਂ ਮੈਨੂੰ ਲੱਗਦਾ ਸੀ ਕਿ ਇੱਥੇ ਸ਼ੀਸ਼ੀ ਨਾ ਤੇਜ਼ਾਬ ਵਾਲੀ ਪਈ ਹੈ। ਅੱਛਾ। ਮੈਨੂੰ ਪੈਰ ਨੂੰ ਲੱਗੀ ਸੀ ਕਿ ਇੱਥੇ ਨਾ ਤੇਜ਼ਾਬ ਵਾਲੀ ਸ਼ੀਸ਼ੀ ਪਈ ਹੈ ਤੇ ਮੈਨੂੰ ਸ਼ੱਕ ਸੀ ਇਹਨੇ ਉਹੀ ਪੀਤਾ। ਤੁਹਾਨੂੰ ਅਲਤਾਫ ਦੀ ਇਸ ਗੱਲ ਤੇ ਯਕੀਨ ਹੋ ਗਿਆ ਸੀ? ਨਹੀਂ, ਉਹ ਫਿਰ ਅਲਤਾਫ ਨੇ ਸਾਨੂੰ ਕਿਹਾ ਸੀ ਕਿ ਇਹਨੇ ਖੁਦ ਪੀਤਾ ਹੈ। ਅਸੀਂ 12 ਵਜੇ ਤੱਕ ਦੇ ਨਾ ਮਤਲਬ ਇਹ ਜਦੋਂ ਫਿਰ ਬੱਚੀ ਦੀ ਥੋੜੀ ਜਿਹੀ ਤਬੀਅਤ ਸੰਭਲੀ ਨਾ, ਉਲਟੀਆਂ ਖੂਨ ਦੀਆਂ ਕਰਦੀ ਰਹੀ, ਉਹ ਜਦੋਂ ਥੋੜਾ ਜਿਹਾ ਸਟੇਬਲ ਹੋਈ ਹੈ, ਫਿਰ ਬੱਚੀ ਨੇ ਜਦੋਂ ਸਾਨੂੰ ਨਾ ਮੋਬਾਈਲ ਤੇ ਟੈਪ ਕਰਕੇ ਦੱਸਿਆ ਨਾ ਇਹਨਾਂ ਨੇ ਮੈਨੂੰ ਪਿਆਇਆ ਜੇ, ਮੈਂ ਖੁਦ ਨਹੀਂ ਪੀਤਾ। ਅੱਛਾ, ਉਹਨੇ ਹੋਸ਼ ਦੇ ਵਿੱਚ ਆਉਣ ਤੋਂ ਬਾਅਦ ਤੁਹਾਨੂੰ ਲਿਖ ਕੇ ਦੱਸਿਆ ਕਿ ਮੈਨੂੰ ਤੇਜ਼ਾਬ ਪਿਲਾਇਆ? ਇਹਨਾਂ ਨੇ ਮੈਨੂੰ ਪਿਲਾਇਆ ਤੇਜ਼ਾਬ। ਕਿੰਨੇ ਤੇਜ਼ਾਬ ਮਿਲ ਕੇ ਪਿਲਾਇਆ? ਸੱਸ ਨੇ ਤੇ ਮੁੰਡੇ ਨੇ ਤੇ ਇਹਦੀ ਮੁੰਡੇ ਦੀ ਭੈਣ ਨੇ, ਤਿੰਨਾਂ ਜੀ। ਯਾਨੀ ਕਿ ਤੁਹਾਡੀ ਭੈਣ ਦੀ ਜਿਹੜੀ ਨੰਦ ਹੈਗੀ ਹੈ, ਸੱਸ ਹੈਗੀ ਹੈ ਤੇ ਸ਼ੋਹਰ ਹੈ, ਇਹਨਾਂ ਤਿੰਨਾਂ ਨੇ ਜ਼ਬਰਦਸਤੀ ਪਿਲਾਇਆ ਸੀ। ਜ਼ਬਰਦਸਤੀ ਕਿਸ ਤਰ੍ਹਾਂ? ਉਹਦੇ ਜਿਸਮ ਦੇ ਕਿਸੇ ਹੋਰ ਹਿੱਸੇ ਤੇ ਵੀ ਡਿੱਗਿਆ ਸੀ? ਹੋਰ ਹਿੱਸੇ ਤੇ ਵੀ ਸੀ, ਉਹਦੇ ਨਿਸ਼ਾਨ ਸਨ, ਕੰਧੇ ਤੇ ਵੀ, ਕਮਰ ਤੇ ਵੀ, ਨਾ ਦਬਾ ਕੇ ਜਿਵੇਂ ਫੜਿਆ ਨਹੀਂ ਹੁੰਦਾ। ਨਾਜ਼ੁਕ ਜੀ ਹੈ ਸੀ, ਅਜੇ ਉਮਰ ਵੀ ਮਤਲਬ ਨਹੀਂ ਏਡੀ ਮਤਲਬ ਨਹੀਂ ਸੀ ਹੈ। ਪੋਸਟਮਾਰਟਮ ਕਰਵਾਇਆ ਫਿਰ? ਜੀ, ਪੋਸਟਮਾਰਟਮ ਕਰਵਾਇਆ। ਪੋਸਟਮਾਰਟਮ ਦੇ ਵਿੱਚ ਜਿਹੜੀ ਰਿਪੋਰਟ ਤੁਹਾਨੂੰ ਮਿਲੀ ਫਰਦਰ, ਉਹਦੇ 'ਚ ਕੀ ਲਿਖਿਆ ਸੀ? ਉਹਦੇ 'ਚ ਵੀ ਇਹ ਲਿਖਿਆ ਕਿ ਤੇਜ਼ਾਬ ਪਿਲਾਇਆ ਗਿਆ। ਅੱਛਾ। ਹਾਂਜੀ। ਪੁਲਿਸ ਨੇ ਮੁਕੱਦਮਾ ਦਰਜ ਕਰ ਲਿੱਤਾ? ਪੁਲਿਸ ਨੇ FIR ਮੁਕੱਦਮਾ ਦਰਜ ਕਰ ਲਿਆ। ਫਿਰ ਇਹ ਜਿਹੜੇ ਮੁਲਜ਼ਮਾਨ ਨੇ ਜਿਨ੍ਹਾਂ ਦੇ ਖਿਲਾਫ ਤੁਸੀਂ ਮੁਕੱਦਮਾ ਦਰਜ ਕਰਵਾਇਆ, ਤੁਹਾਡਾ ਬਹਿਨੋਈ ਜਿਹੜਾ ਕਾਤਲ ਹੈ ਤੁਹਾਡੀ ਭੈਣ ਦਾ, ਉਹਦੀ ਸੱਸ, ਹਾਂਜੀ, ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿੱਤਾ ਹੈ? ਨਹੀਂ, ਸਿਰਫ ਅਲਤਾਫ ਨੂੰ ਕੀਤਾ ਹੈ, ਸੱਸ ਨੂੰ ਨਹੀਂ ਕੀਤਾ ਗ੍ਰਿਫਤਾਰ। ਅੱਛਾ, ਬੱਚੀ ਨੇ ਮਰਨ ਤੋਂ ਪਹਿਲੇ ਕੁਝ ਤੁਹਾਨੂੰ ਕੋਈ ਲਿਖ ਕੇ ਦਿੱਤਾ ਜਾਂ ਕੁਝ ਬੋਲ ਕੇ ਕੋਈ ਬਿਆਨ ਦਿੱਤਾ? ਜੀ, ਬੱਚੀ ਨੇ ਬੋਲਿਆ ਤੇ ਨਹੀਂ ਸੀ ਨਾ ਜਾਂਦਾ, ਉਹ ਮੂੰਹ ਸਾਰਾ ਜ਼ੁਬਾਨ ਜਲ ਗਈ ਸੀ ਤੇ ਫਿਰ ਉਹਨੇ ਆਪਣਾ ਰਾਈਟਿੰਗ 'ਚ ਲਿਖ ਕੇ ਦਿੱਤਾ ਬਿਆਨ। ਅੱਛਾ, ਰਾਈਟਿੰਗ ਦੇ 'ਚ ਪੂਰਾ ਲਿਖ ਕੇ ਦਿੱਤਾ ਕਿ ਕਿੰਨੇ ਤੇਜ਼ਾਬ ਪਿਲਾਇਆ, ਉਹ ਸਾਰਾ ਪੁਲਿਸ ਦੇ ਕੋਲ ਹੈ। ਸਾਨੂੰ ਵੀਡੀਓ ਵੀ ਨਹੀਂ ਉਹਨਾਂ ਬਣਾਉਣ ਦਿੱਤੀ ਪੁਲਿਸ। ਕਿੰਨੇ ਨਹੀਂ ਬਣਾਉਣ ਦਿੱਤੀ? ਪੁਲਿਸ ਵਾਲਿਆਂ ਨੇ। ਤੁਹਾਡੀ ਭੈਣ ਦੇ ਬਿਆਨ ਲਿਖਦਿਆਂ ਦੀ ਵੀਡੀਓ ਨਹੀਂ ਬਣਾਉਣ ਦਿੱਤੀ? ਉਹ ਬਿਆਨ ਤੁਹਾਡੇ ਕੋਲ ਮੌਜੂਦ ਹੈਗਾ ਜਿਹੜਾ ਬੱਚੀ ਨੇ ਲਿਖ ਕੇ ਦਿੱਤਾ ਹੈ? ਨਹੀਂ, ਸਾਡੇ ਕੋਲ ਉਹ ਵੀ ਪੁਲਿਸ ਕੋਲ ਹੀ ਹੈ। ਇਹ ਤੁਹਾਨੂੰ ਪਤਾ ਹੈ ਕਿ ਬੱਚੀ ਨੇ ਆਪਣੇ ਹੋਸ਼ੋ-ਹਵਾਸ ਦੇ ਵਿੱਚ ਲਿਖ ਕੇ ਬਿਆਨ ਦਿੱਤਾ ਹੈ ਪੁਲਿਸ ਨੂੰ ਕਿ ਮੈਨੂੰ ਤੇਜ਼ਾਬ ਕਿਸ ਨੇ ਪਿਲਾਇਆ? ਹਾਂਜੀ, ਉਹ ਲਿਖ ਕੇ ਦਿੱਤਾ ਸਾਨੂੰ ਪਤਾ। ਕਿੰਨੇ ਮੁਲਜ਼ਮ ਗ੍ਰਿਫਤਾਰ ਹੋਏ ਨੇ? ਉਹ ਇੱਕ ਹੀ ਮੁੰਡਾ ਸਿਰਫ ਅਲਤਾਫ ਹੁਸੈਨ ਜਿਹੜਾ ਨਾ ਉਹ ਗ੍ਰਿਫਤਾਰ ਹੋਇਆ, ਬਾਕੀ ਨਹੀਂ ਅਜੇ ਕੋਈ। ਤੇ ਜਿਹੜੀ ਸੱਸ ਤੇ ਨੰਦ ਉਹ ਗ੍ਰਿਫਤਾਰ ਨਹੀਂ ਹੋਏ? ਉਹ ਨਹੀਂ ਹੋਏ ਅਜੇ। ਤੁਹਾਨੂੰ ਕੋਈ ਵਜ੍ਹਾ ਮਹਿਸੂਸ ਹੋਈ ਕਿ ਕੀ ਵਜ੍ਹਾ, ਕਿਉਂ ਸਾਡੀ ਭੈਣ ਨੂੰ ਤੇਜ਼ਾਬ ਪਿਲਾ ਸਕਦੇ ਨੇ? ਇਹ ਤਾਂ ਸਮਝ ਨਹੀਂ ਆ ਰਹੀ ਕਿ ਅਜੇ ਤੇ 2 ਦਿਨ ਹੋਏ ਸਨ ਇੱਥੋਂ ਗਈ ਨੂੰ, ਕੀ ਵਜ੍ਹਾ, ਉਹਨੇ ਕਿਹੜਾ ਐਸਾ ਗੁਨਾਹ ਕਰ ਲਿਆ ਸੀ ਤੂੰ ਸਾਨੂੰ ਜਾਨ ਹੀ ਲੈ ਲਈ ਤੇ ਇੰਨਾ ਜ਼ੁਲਮ ਕਰ ਦਿੱਤਾ? ਕੁਛ ਜੇ ਕੋਈ ਗਲਤੀ ਉਹਨੇ ਕੀਤੀ ਸਾਨੂੰ ਫੋਨ ਕਰਦੇ, ਅਸੀਂ ਆਣ ਕੇ ਲਾਈ ਜਾਂਦੇ। ਅਦਨਾਨ ਭਾਈ, ਮੈਨੂੰ ਤੁਸੀਂ ਇਹ ਦੱਸੋ ਕਿ ਤੁਹਾਡੀ ਭੈਣ ਨੇ ਤੇਜ਼ਾਬ ਖੁਦ ਕਿਉਂ ਪੀਤਾ, ਜਾਂ ਫਿਰ ਅਗਰ ਉਹਨੇ ਖੁਦ ਨਹੀਂ ਪੀਤਾ, ਉਹਨੂੰ ਪਿਲਾਇਆ ਗਿਆ,
ਤੇ ਕੀ ਵਜ੍ਹਾ ਸੀ, ਕਿਹੜੀ ਐਸੀ ਮਜਬੂਰੀ ਸੀ ਔਰ ਕਿਉਂ ਭੁਲਾਇਆ ਜਾ ਸਕਦਾ ਹੈ? ਉਹ ਵਜ੍ਹਾ ਹੈ ਹੀ ਇਹ ਕਿ ਜਦੋਂ ਇਹਨਾਂ ਕੱਪੜਿਆਂ ਦੀ ਡਿਮਾਂਡ ਤੋਂ ਕੱਪੜੇ ਇਹਨਾਂ ਨੇ ਨਾ ਮੰਗਣੀ ਤੇ ਵੀ ਅਸੀਂ ਦਿੱਤੇ ਸਨ, ਦਿਨਾਂ ਦੇ ਵੀ ਦਿੱਤੇ ਸਨ, ਫਿਰ ਮਕਲਾਵੇ ਤੇ ਵੀ ਜਿਹੜੇ ਹੁੰਦੇ ਨੇ ਉਹ ਸਾਰਿਆਂ ਦੇ ਕੱਪੜੇ ਅਸੀਂ ਦੇ ਕੇ 4 ਵਾਰੀ ਦੇ ਚੁੱਕੇ ਸਾਂ। ਅੱਛਾ, ਜਿੰਨੀਆਂ ਵੀ ਰਸਮਾਂ ਸੀ ਸਾਰੀਆਂ ਰਸਮਾਂ ਦੇ ਦੌਰਾਨ ਤੁਸੀਂ ਕੱਪੜੇ ਦਿੱਤੇ ਨੇ। ਇਹ ਜਿਹੜੇ ਦੋ ਦਿਨ ਰਹੀ ਹੈ ਨਾ ਉੱਥੇ, 2 ਦਿਨ ਕੱਪੜਿਆਂ ਦੀ ਲੜਾਈ ਇਹਨਾਂ ਦੀ ਹੁੰਦੀ ਰਹੀ ਹੈ। ਕਿਸ ਕਿਸਮ ਦੀ ਲੜਾਈ, ਕਿਹਦੇ ਵਾਸਤੇ ਕੱਪੜੇ ਮੰਗਦੇ ਸਨ ਕਿ ਸਾਡੇ ਰਿਸ਼ਤੇਦਾਰਾਂ ਦੇ ਜਾਂ ਸਾਡੇ ਰਿਸ਼ਤੇਦਾਰਾਂ ਖਾਨਦਾਨ ਦੇ ਕੱਪੜੇ ਕਿਉਂ ਨਹੀਂ ਲੈ ਕੇ ਆਏ। ਇਹਨਾਂ ਦੇ ਰਿਸ਼ਤੇਦਾਰ ਤੇ ਇਹਨਾਂ ਦਾ ਖਾਨਦਾਨ ਨੰਗੇ ਬੈਠੇ ਸੀ ਜਿਹੜੇ ਤੁਹਾਡੇ ਕੱਪੜਿਆਂ ਤੇ ਬੈਠੇ? ਨੰਗੇ ਹੀ ਹਜ਼ਾਰ ਹੁੰਦੇ ਨੇ ਜਿਹੜੇ ਸਾਡੇ ਕੱਪੜਿਆਂ ਦੇ ਬੈਠੇ ਸਨ। ਤੁਹਾਨੂੰ ਯਕੀਨ ਆਉਂਦਾ ਹੈ ਕਿ ਐਸੇ ਵਜ੍ਹਾ ਤੋਂ ਤੁਹਾਡੀ ਭੈਣ ਨੂੰ ਮਾਰਿਆ ਹੋਏਗਾ? ਉਹਨੇ ਦੱਸਿਆ, ਬੱਚੀ ਨੇ ਉਹਨੇ ਦੱਸਿਆ ਕਿ ਕੱਪੜਿਆਂ ਦੀ ਵਜ੍ਹਾ ਤੋਂ। ਅਲਤਾਫ ਨੇ ਵੀ ਥਾਣੇ ਦੇ ਵਿੱਚ ਜਿਹੜਾ ਨਾ, ਉਹਨੇ ਵੀ ਪੁਲਿਸ ਵਾਲਿਆਂ ਨੂੰ ਦੱਸਿਆ ਕਿ ਸਾਡੀ ਕੱਪੜਿਆਂ ਤੋਂ ਲੜਾਈ ਹੋਈ ਹੈ, ਕੱਪੜੇ ਨਹੀਂ ਲੈ ਕੇ ਆਈ ਸਾਡੇ ਖਾਨਦਾਨ ਦੇ ਕੱਪੜੇ। ਅਲਤਾਫ ਨੇ ਦੱਸਿਆ? ਹਾਂਜੀ, ਅਲਤਾਫ ਨੇ ਉੱਥੇ ਦੱਸਿਆ ਜਦੋਂ ਇਹ FIR ਲਿਖੀ ਗਈ ਹੈ। ਅੱਛਾ। ਹਾਂਜੀ, ਉਹਨੇ ਦੱਸਿਆ ਕਿ ਜਿਸ ਦਿਨ ਇਹ ਗਈ ਹੈ ਰੁਖਸਾਰ ਇੱਥੋਂ, ਉਸੇ ਦਿਨ ਕੱਪੜਿਆਂ ਤੋਂ ਲੜਾਈ ਹੁੰਦੀ ਰਹੀ ਸਾਡੀ। ਅਦਨਾਨ ਭਾਈ, ਇੱਕ ਮੁਲਜ਼ਮ ਤੁਹਾਡਾ ਗ੍ਰਿਫਤਾਰ ਹੋ ਚੁੱਕਿਆ, ਦੂਸਰੀ ਮੁਲਜ਼ਮਾਂ ਨੇ ਜਿਹੜੀ ਗਈ ਨਾ ਉਹ ਅਦਾਲਤ ਤੋਂ ਜ਼ਮਾਨਤ ਲੈਤੀ ਹੈ। ਹਾਂਜੀ। ਪੁਲਿਸ ਹੁਣ ਤੱਕ ਤੁਹਾਡੇ ਨਾਲ ਕੀ ਰਵੱਈਆ ਪੁਲਿਸ ਦਾ, ਕੀ ਕਹਿੰਦੀ ਹੈ ਪੁਲਿਸ ਕਿ ਕਿਵੇਂ ਹੋਇਆ ਜੇ ਵਾਕਿਆ, ਤੇ ਮੁਲਜ਼ਮ ਕੀ ਕਹਿੰਦਾ ਹੈਗਾ ਜੀ? ਪੁਲਿਸ ਨਾਲ ਇਹ ਸਾਡਾ ਨਹੀਂ ਕੋਈ ਵੀ, ਮਤਲਬ ਅਸੀਂ ਇੱਥੇ ਘਰ ਹੀ ਫਿਰ ਤਦਫੀਨ ਵਗੈਰਾ ਇਹਦੇ ਮਾਮਲਾ ਦੇ ਵਿੱਚ ਉਲਝੇ ਆ। ਇਹ ਪੁਲਿਸ ਵੱਲ ਅਸੀਂ ਨਹੀਂ ਗਏ। ਪੁਲਿਸ ਨੇ ਤੁਹਾਡੇ ਨਾਲ ਅਜੇ ਤੱਕ ਕੋਈ ਰਾਬਤਾ ਨਹੀਂ ਕੀਤਾ ਕਿ ਭਾਈ ਤੁਸੀਂ ਤੁਹਾਡੀ FIR ਹੋਈ ਹੈ, ਤੁਸੀਂ ਥਾਣੇ ਆਓ, ਜਾਂ ਮੁਲਜ਼ਮ ਫੜਿਆ ਜਾਂ ਕੋਈ ਗੱਲ, ਉਹ ਸਾਡੇ ਨਾਲ ਕੋਈ ਰਾਬਤਾ ਨਹੀਂ ਹੋਇਆ। ਤੁਹਾਡੀ ਭੈਣ ਦੇ ਜਿਹੜੇ ਸਸੁਰਾਲ ਵਾਲੇ ਨੇ ਜੀ, ਇਸ ਵਾਕਿਏ ਤੋਂ ਬਾਅਦ ਉਹਨਾਂ ਨੇ ਤੁਹਾਡੇ ਨਾਲ ਕੋਈ ਰਾਬਤਾ ਕੀਤਾ? ਨਹੀਂ। ਉਹ ਕੀ ਕਹਿੰਦੇ ਨੇ? ਉਹਨਾਂ ਕੋਈ ਰਾਬਤਾ ਨਹੀਂ ਕੀਤਾ। ਕਿਸੇ ਨੇ ਕੋਈ ਰਾਬਤਾ ਨਹੀਂ ਕੀਤਾ ਵੀ? ਕਿਸੇ ਨੇ ਕੋਈ ਰਾਬਤਾ ਨਹੀਂ। ਹਸਪੀਟਲ ਦੇ ਵਿੱਚੋਂ ਹੀ ਉਹ ਗਾਇਬ ਹੋਏ ਨੇ, ਉਸ ਤੋਂ ਬਾਅਦ ਉਹਨਾਂ ਰਾਬਤਾ ਨਹੀਂ ਕੀਤਾ। ਉਸ ਤੋਂ ਬਾਅਦ ਕੋਈ ਰਾਬਤਾ ਨਹੀਂ ਕੀਤਾ? ਕੋਈ ਰਾਬਤਾ ਨਹੀਂ ਕੀਤਾ। ਤੁਹਾਡਾ ਹੁਣ ਮੁਤਾਲਬਾ ਕੀ ਹੈ? ਮੁਤਾਲਬਾ ਸਾਡਾ ਇਹ ਹੈ, ਮਰੀਮ ਨਵਾਜ਼ ਕੀ ਸਾਡੀ ਅਪੀਲ ਹੈ ਕਿ ਜਿਵੇਂ ਸਾਡੀ ਭੈਣ ਨਾਲ ਜ਼ੁਲਮ ਹੋਇਆ ਨਾ, ਉਹਦਾ ਇਹਨਾਂ ਨਾਲ ਵੀ ਇੰਜੀ ਜ਼ੁਲਮ ਕੀਤਾ। ਤੁਹਾਡੀ ਬੱਚੀ ਪੜ੍ਹੀ ਲਿਖੀ ਸੀ? ਹਾਂਜੀ, ਮਾਸ਼ਾਅੱਲਾ, ਹਾਫਜ਼ੇ ਕੁਰਾਨ ਸੀ, 12 ਪੜ੍ਹੀ ਸੀ। ਹਾਫਜ਼ੇ ਕੁਰਾਨ ਸੀ? ਹਾਫਜ਼ੇ ਕੁਰਾਨ ਸੀ। ਬੱਚਿਆਂ ਨੂੰ ਤਕਰੀਬਨ 100-150 ਬੱਚਾ ਉਹਦੇ ਕੋਲੋਂ 200 ਪੜ੍ਹ ਚੁੱਕਿਆ ਇਸ ਕੁਰਾਨ ਪਾਕ। ਤੇ ਜਿਹੜਾ ਇਹ ਜ਼ਾਲਮ ਸੀ ਜਿਹਦੇ ਨਾਲ ਤੁਸੀਂ ਆਪਣੀ ਭੈਣ ਦਾ ਵਿਆਹ ਕਰਾ ਦਿੱਤਾ, ਹਾਂਜੀ, ਇਹ ਕੀ ਕੰਮ ਕਰਦਾ ਸੀ? ਇਹ ਫੈਕਟਰੀ 'ਚ ਕੰਮ ਕਰਦਾ ਸੀ, ਗੱਤੇ ਵਾਲੀ ਫੈਕਟਰੀ 'ਚ। ਕੋਚੇ ਪੈਸੇ ਕਮਾਉਂਦਾ ਸੀ? ਪੁੱਛਿਆ ਨਹੀਂ ਹੈ। ਜਦੋਂ ਰਿਸ਼ਤਾ ਕੀਤਾ ਸੀ ਤੇ ਕੀ ਦੱਸਦੇ ਸੀ ਕਿ ਸਾਡਾ ਮੁੰਡਾ ਕੀ ਕੰਮ ਕਰਦਾ ਹੈਗਾ? ਐ ਹੀ ਦੱਸਦੇ ਹਨ ਕਿ ਪ੍ਰਾਈਵੇਟ ਫੈਕਟਰੀ ਉਹਦੇ 'ਚ ਕੰਮ ਕਰਦਾ ਹੈ, ਗੱਤੇ ਦੀ ਫੈਕਟਰੀ। ਤੇ ਲੱਖਾਂ ਰੁਪਏ ਕਮਾਉਂਦਾ ਹੈ? ਨਹੀਂ ਦੱਸਿਆ ਨਹੀਂ। ਨਹੀਂ ਮਤਲਬ ਇਹ ਔਰ ਇਹ ਵੀ ਨਹੀਂ ਤੁਹਾਨੂੰ ਯਕੀਨ ਕਿ ਸ਼ਾਇਦ ਉੱਥੇ ਕੰਮ ਕਰਦਾ ਵੀ ਹੈ? ਇਹ ਵੀ ਨਹੀਂ, ਅਸੀਂ ਗਏ ਹੀ ਨਹੀਂ ਹੈ, ਪੁੱਛਿਆ ਹੀ ਨਹੀਂ ਹੈ ਕਿ ਕੀ ਕੰਮ ਕਰਦਾ ਹੈ ਜਾਂ किथे जाता है, नहीं पीछे गए। नाज़रीन, आपने रुखसार के कत्ल की कहानी और रुखसार का दिया हुआ आखिरी लम्हों में वो बयान देखा, क्योंकि वो बोल नहीं सकती थी। उसको जिस तरह से तेज़ाब पिलाकर उसके पूरे गले को जला के राख कर दिया था, वो बच्ची अगर पढ़ी लिखी ना होती तो शायद आज ये ज़ालिम और इन ज़ालिमों को गिरफ़्तार करने वाली हमारी पुलिस उस तरफ जाती ना। वो खुशकिस्मती थी और इनकी ये खुशकिस्मती थी कि इन्होंने अपनी बहन को पढ़ाया लिखाया, लेकिन जब उसकी ज़िंदगी का फ़ैसला करने का वक्त आया तो ये उन लोगों को पहचान ही नहीं सके। वो लोग शायद आदि मुजरम हो जो किसी की बेटियों के साथ इस तरह से जुल्म करते थे और उनको ख्याल नहीं आया कि हम किसी की बेटी के साथ जुल्म कर रहे हैं तो कोई ऐसा ना हो कि हमारी बेटी के साथ भी कोई इस तरह का जुल्म कर दे। लेकिन अगर इस बात को हम बहनों बेटियों वाले सोचेंगे तो किसी की बेटी बहन के साथ ऐसा जुल्म नहीं होगा। वो हाफ़िज़े कुरान मासूम बच्ची जिसके साथ ये जुल्म किया गया, और उस जुल्म की वजह सिर्फ ये थी कि वो अपने घर वालों से कपड़े लेकर अपने ससुराल वालों के नंगे बदन को ढांप ना सकी। शायद उनको अंदाज़ा नहीं था कि जिस ख़ानदान में मैं जा रही हूँ ये ख़ानदान मुकम्मल तौर पर बरहना है और इनको लिबास की ज़रूरत है। शायद उनको अंदाज़ा होता तो वो उनके नंगे बदन को भी ढांप सकते थे, जिन्होंने पहले दिन से लेकर उस दिन तक अपनी बच्ची की तमाम ख्वाहिशात को पूरा किया और अपनी बेटी के साथ साथ उसके ज़ालिम ससुराल वालों का भी मुंह भरा कि हमारी बेटी को किसी किस्म का कोई ताना ना दिया जाए।